ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਸਤਨਾਮ ਵਾਹਿਗੁਰੂ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸੁਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸੁਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗੁਰੂ ਸਾਰੇ ਖਾਲਸਾ ਸਤ ਸੰਗੀ ਜਨੋ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ 'ਤੇ ਪਿਛਲੇ ਕੁਝ ਮਹੀਨਿਆਂ ਤੋਂ ਆਰੰਭ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ 2 ਅੰਗ ਦੀ ਸੇਵਾ, ਕਦੀ 3 ਅੰਗ ਦੀ ਸੇਵਾ ਰੋਜ਼ਾਨਾ ਲੈਂਦੇ ਹਨ। ਸਤਿਗੁਰੂ ਬਖਸ਼ਣਹਾਰ ਪਿਤਾ ਆਪ ਕਿਰਪਾ ਕਰਦੇ ਨੇ, ਪਰ ਗੁਰੂ ਸਾਰੇ ਖਾਲਸਾ ਜੀ ਇਹ ਸਤਿਗੁਰੂ ਦੀ ਕਿਰਪਾ ਤਾਂ ਹੋ ਸਕਦੀ ਹੈ ਸਾਧ ਸੰਗਤ ਜੇ ਆਪ ਆਪਣਾ ਮੇਰ ਭਰਿਆ ਹੱਥ ਦਾਸਰੇ ਦੇ ਸਿਰ 'ਤੇ ਰੱਖੋ। ਕਿਰਪਾ ਕਰੋ, ਦਾਸਰੇ ਦੇ ਸਿਰ 'ਤੇ ਹੱਥ ਰੱਖੋ ਅਤੇ ਦਿਓ ਜੀ ਅਸੀਸ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੋ ਜੀ ਕਿਰਪਾ, ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇਹ ਜੋ ਸ਼ਲੋਕ ਹੈ ਸੁਖਮਣੀ ਸਾਹਿਬ ਦਾ 19 ਅਸ਼ਟਪਦੀਆਂ ਹੁਣ ਤੱਕ ਆਪਾਂ ਪਾਠ ਕੀਤਾ ਹੈ। ਇਸ ਤੋਂ ਅਗਲਾ ਸ਼ਲੋਕ ਜੋ ਦਾਸ ਨੇ ਹੁਣੇ ਸਤਿਗੁਰੂ ਦੀ ਕਿਰਪਾ ਦੇ ਨਾਲ ਆਪ ਜੀ ਨੂੰ ਸਰਵਣ ਕਰਾਇਆ ਹੈ। ਇਸ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਕਿ ਹੇ ਪ੍ਰਭੂ, ਮੈਂ ਬਹੁਤ ਹੀ ਭਟਕਦਾ ਫਿਰਦਾ ਆਪ ਜੀ ਦੀ ਮਹਿਮਾ ਸੁਣ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਆਪ ਜੀ ਦੀ ਮਹਿਮਾ ਸੁਣ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਗੁਰੂ ਜੀ ਕਥਨ ਕਰਦੇ ਹਨ ਕਿ ਜਗਿਆਸੂ ਆਖਦਾ ਹੈ ਕਿ ਹੇ ਪ੍ਰਭੂ, ਦਾਸ ਦੀ ਇਹੋ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿੱਚ ਲਾ ਲਵੈ। ਮੈਨੂੰ ਆਪਣੀ ਭਗਤੀ ਵਿੱਚ ਲਾ ਲਵੋ, ਮੈਨੂੰ ਭਗਤੀ ਦਾ ਦਾਨ ਬਖਸ਼ ਦਿਓ। ਆਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਹੇ ਪ੍ਰਭੂ, ਮੈਂ ਦਾਸ ਮੰਗਤਾ, ਜਾਚਕ ਦਾ ਮਤਲਬ ਹੁੰਦਾ ਮੰਗਣ ਵਾਲਾ, ਮੰਗਤਾ। ਮੈਂ ਮੰਗਤਾ ਹੋ ਕੇ ਇਹ ਦਾਨ ਮੰਗਦਾ ਹਾਂ। ਆਪ ਕਿਰਪਾ ਦ੍ਰਿਸ਼ਟੀ ਕਰਕੇ ਪਰਮਾਤਮਾ ਦਾ ਨਾਮ ਦਾਨ ਦੇਣਾ ਕਰੋ। ਸਾਧ ਜਨਾ ਕੀ ਮੰਗੋ ਧੁਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਮੈਂ ਸੰਤ ਜਨਾਂ ਦੇ ਚਰਨ ਧੂੜੀ ਮੰਗਦਾ ਹਾਂ, ਪਾਰ ਬ੍ਰਹਮ ਮੇਰੀ ਇਹ ਸਰਦਾ ਪੂਰਨ ਕਰ ਦਿਓ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ। हे प्रभु, मैं सदा सदा आप जी दे गुण गाउंदा। हे वाहिगुरू जी, मैनू ਜਿਹੜਾ ਮੇਰੇ ਅੰਦਰ
ਸਵਾਸ ਜਾਂਦਾ ਹੈ, ਜਿਹੜਾ ਬਾਹਰ ਸਵਾਸ ਆਉਂਦਾ ਹੈ, ਆਪ ਜੀ ਨੂੰ ਹੀ ਧਿਆਉਂਦਾ ਹਾਂ। ਗੁਰੂ ਸਾਰੇ ਖਾਲਸਾ ਜੀਓ, ਇੱਥੇ ਇੱਕ ਸਾਖੀ ਆਪ ਜੀ ਦੇ ਸਨਮੁਖ ਰੱਖਣ ਲੱਗਿਆ ਹਾਂ। ਅਰਜਨ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਪਿਆਰਾ ਭਗਤ ਸੀ, ਪਰ ਉਸ ਨੂੰ ਹੰਕਾਰ ਵੀ ਸੀ ਕਿ ਜਿਤਨਾ ਕੁ ਮੈਂ ਕ੍ਰਿਸ਼ਨ ਭਗਵਾਨ ਦਾ ਪਿਆਰਾ ਭਗਤ ਹਾਂ, ਮੇਰੇ ਤੋਂ ਵਧੇਕ ਪਿਆਰਾ ਹੋਰ ਕੌਣ ਹੋ ਸਕਦਾ ਹੈ। ਇੱਕ ਦਿਨ ਇਹੀ ਵਿਚਾਰ ਲੈ ਕੇ ਕ੍ਰਿਸ਼ਨ ਜੀ ਦੇ ਪਾਸ ਆਇਆ। ਆ ਕੇ ਕੀ ਦੇਖਿਆ ਕਿ ਕ੍ਰਿਸ਼ਨ ਭਗਵਾਨ ਜੀ ਸਮਾਧੀ ਵਿੱਚ ਲੀਨ ਬੈਠੇ ਹਨ। ਉਸਨੇ ਕਿਹਾ, ਹੈ ਭਗਵਾਨ, ਅਸੀਂ ਤੇ ਆਪ ਦਾ ਧਿਆਨ ਕਰਦੇ ਹਾਂ, ਤੁਸੀਂ ਕਿਸ ਦਾ ਧਿਆਨ ਕਰਦੇ ਹੋ? ਤੁਸੀਂ ਖੁਦ ਈਸ਼ਵਰ ਹੋ, ਅਵਤਾਰ ਹੋ। ਇਹ ਸੁਣ ਕੇ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ, ਅਰਜਨ, ਅਸੀਂ ਉਹਨਾਂ ਭਗਤਾਂ ਦਾ ਧਿਆਨ ਧਰਦੇ ਹਾਂ ਜੋ ਸਵਾਸ ਸਵਾਸ ਸਾਡਾ ਨਾਮ ਜਪਦੇ ਹਨ। ਇਹ ਗੱਲ ਸੁਣ ਕੇ ਅਰਜਨ ਨੇ ਕਿਹਾ ਕਿ ਮੇਰੇ ਤੋਂ ਵਧੇਕ ਵੀ ਕੋਈ ਭਗਤ ਹੈ? ਕ੍ਰਿਸ਼ਨ ਭਗਵਾਨ ਜੀ ਨੇ ਕਿਹਾ, ਹਾਂ। ਤੇ ਅਰਜਨ ਨੇ ਕਿਹਾ, ਵਿਖਾਓ ਤਾਂ ਸਹੀ, ਐਸਾ ਕੌਣ ਭਗਤ ਹੈ? ਇਸ ਗੱਲ ਦਾ ਨਿਸ਼ਚਾ ਕਰਾਉਣ ਲਈ ਕ੍ਰਿਸ਼ਨ ਭਗਵਾਨ ਜੀ ਅਰਜਨ ਨੂੰ ਨਾਲ ਲੈ ਕੇ ਜੰਗਲ ਵਿੱਚ ਆਏ। ਉੱਥੇ ਜਾ ਕੇ ਦੇਖਿਆ ਕਿ ਇੱਕ ਸ਼ੇਰ ਹੈ, ਉਹ ਸਿਮਰਨ ਕਰੀ ਜਾਂਦਾ ਹੈ, ਨਾ ਕੁਝ ਖਾਂਦਾ ਹੈ ਨਾ ਪੀਂਦਾ ਹੈ, ਸਿਰਫ ਇਸ ਕਰਕੇ ਜੇ ਪਾਣੀ ਪੀਆਂਗਾ ਤਾਂ ਸਿਮਰਨ ਭੁੱਲ ਜਾਵੇਗਾ। ਤਲਾਅ ਦੇ ਕੰਢੇ ਖੜਾ ਹੈ ਪਰ ਪਾਣੀ ਨਹੀਂ ਪੀ ਰਿਹਾ। ਕ੍ਰਿਸ਼ਨ ਜੀ ਨੇ ਕਿਹਾ, ਇਹ ਮੇਰਾ ਪਿਆਰਾ ਭਗਤ ਹੈ। ਇਹ ਗੱਲ ਵੇਖ ਕੇ ਤੇ ਸੁਣ ਕੇ ਅਰਜਨ ਬੜਾ ਖੁਸ਼ ਹੋਇਆ ਅਤੇ ਉਸ ਨੂੰ ਪਰਮ ਭਗਤ ਸਮਝਿਆ। ਫਿਰ ਕ੍ਰਿਸ਼ਨ ਜੀ ਕਿਹਾ ਕਿ ਹੁਣ ਤਾਂ ਇਸ ਦੇ ਅੰਤਮ ਸਵਾਸ ਹਨ, ਤੂੰ ਇੰਜ ਕਰਕੇ ਇਹਦੇ ਕੰਨਾਂ ਵਿੱਚ ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨ 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 ਹਰੇ ਹਰੇ ਆਦਿਕ ਨਾਮਾਂ ਨੂੰ ਉਚਾਰੀ ਜਾ। ਜਿਸ ਤੇ ਪਾਣੀ ਪੀ ਲਵੇ ਤਾਂ ਕਿ ਇਸ ਦੀ ਤ੍ਰਿਸ਼ਨਾ ਪਾਣੀ ਵਿੱਚ ਨਾ ਰਹੇ। ਉਸ ਵੇਲੇ ਅਰਜਨ ਨੇ ਸ਼ੇਰ ਦੇ ਪਾਸ ਖਲੋ ਕੇ ਨਾਮਾਂ ਦੀ ਧੁਨੀ ਉਚਾਰੀ ਤੇ ਉਸ ਦੇ ਨੇਤਰ ਖੁੱਲ੍ਹੇ ਤੇ ਕ੍ਰਿਸ਼ਨ ਜੀ ਨੂੰ ਸਾਹਮਣੇ ਖਲੋਤਾ ਦੇਖ ਕੇ ਪਾਸ ਆਉਣ ਲੱਗਾ। ਤਾਂ ਕ੍ਰਿਸ਼ਨ ਜੀ ਨੇ ਕਿਹਾ ਕਿ ਪਹਿਲਾਂ ਪਾਣੀ ਪੀ ਲੈ, ਫਿਰ ਮੇਰੇ ਪਾਸ ਆਈ। ਕ੍ਰਿਸ਼ਨ ਜੀ ਦਾ ਬਚਨ ਮੰਨ ਕੇ ਸ਼ੇਰ ਨੇ ਪਾਣੀ ਪੀ ਲਿਆ ਤੇ ਫਿਰ ਨਾਮ ਨੂੰ ਉਚਾਰਦਾ ਹੋਇਆ ਕ੍ਰਿਸ਼ਨ ਜੀ ਦੇ ਚਰਨਾਂ ਪਰ ਆ ਕੇ ਮੱਥਾ ਟੇਕਿਆ ਤੇ ਇਤਨੇ ਵਿੱਚ ਉਸਦੇ ਸਵਾਸ ਪੂਰੇ ਹੋ ਗਏ ਤੇ ਦੇਵਤੇ ਬਵਾਨ ਲੈ ਕੇ ਆ ਗਏ। ਉਸ ਬਵਾਨ ਵਿੱਚ ਬੈਠ ਕੇ ਉਹ ਸਿੱਧਾ ਸੱਚਖੰਡ ਚਲਾ ਗਿਆ। ਇਸ ਲਈ ਹੈ ਭਾਈ, ਇਸ ਵਜ੍ਹਾ ਨਾਲ ਤੁਸੀਂ ਵੀ ਸਵਾਸ ਸਵਾਸ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ। ਆਪ ਜੀ ਦੇ ਚਰਨਾਂ ਕਮਲਾਂ ਦੀ ਹਿਰਦੇ ਵਿੱਚ ਪ੍ਰੀਤੀ ਲੱਗੀ ਰਵੇ। ਹੇ ਪ੍ਰਭੂ, ਮੈਂ ਹਰ ਰੋਜ਼ ਆਪ ਜੀ ਦੀ ਭਗਤੀ ਕਰਦਾ ਰਹਾਂ। ਏਕ ਓਟ ਏਕੋ ਆਧਾਰ, ਨਾਨਕ ਮੰਗੇ ਨਾਮ ਪ੍ਰਭ ਸਾਰ। ਮਨ ਕਰਕੇ ਇੱਕ ਆਪ ਜੀ ਦੀ ਓਟ ਹੋਵੇ, ਤਨ ਕਰਕੇ ਵੀ ਇੱਕ ਆਪ ਜੀ ਦਾ ਆਸਰਾ ਹੋਵੇ। ਗੁਰੂ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ, ਮੈਂ ਆਪ ਜੀ ਦੇ ਸਿਧਾਂਤ ਰੂਪ ਸ੍ਰੇਸ਼ਟ ਨਾਮ ਨੂੰ ਮੰਗਦਾ ਹਾਂ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਵੱਡੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਪਰ ਪਰਮਾਤਮਾ ਦੇ ਨਾਮ ਰਸ ਨੂੰ ਕੋਈ ਵਿਰਲਾ ਪੁਰਸ਼ ਹੀ ਪਾਉਂਦਾ ਹੈ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡਲਾਨੇ। ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਚਖਿਆ ਹੈ, ਉਹ ਪੁਰਸ਼ ਤ੍ਰਿਪਤ ਹੋਏ ਹਨ। ਉਹ ਪੂਰਨ ਪੁਰਸ਼ ਹੋਣ ਕਰਕੇ ਫਿਰ ਕਦੀ ਡੋਲਦੇ ਨਹੀਂ ਹਨ। ਸੁਬਰ ਭਰੈ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ। ਉਹ ਪ੍ਰੇਮ ਰਸ ਦੇ ਰੰਗ ਦੇ ਵਿੱਚ, ਆਨੰਦ ਦੇ ਵਿੱਚ ਲੱਭਾ ਲੱਭ ਭਰੇ ਰਹਿੰਦੇ ਹਨ।
ਉਹਨਾਂ ਸੰਤਾਂ ਦੇ ਸੰਗ ਵਿੱਚ ਹੋਰਨਾਂ ਜਗਿਆਸਿਆਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤੀ ਦਾ ਚਾਅ ਉਤਪੰਨ ਹੁੰਦਾ ਹੈ। ਪਰੇ ਸਰਨ ਆਣ ਸਭ ਤਿਆਗ, ਅੰਤਰ ਪੁਰਗਾਸ ਅਨ ਦਿਨ ਲਿਵ ਲਾਗ। ਹੋਰ ਸਭਨਾਂ ਨੂੰ ਤਿਆਗ ਕੇ ਜਗਿਆਸੂ ਪੂਰਨ ਪੁਰਖਾਂ ਦੀ ਸ਼ਰਨ ਵਿੱਚ ਆ ਪਏ ਹਨ। ਦਿਨ ਰਾਤ ਵਾਹਿਗੁਰੂ ਵਿੱਚ ਲਿਵ ਲਗਾਉਣ ਕਰਕੇ ਉਹਨਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋਇਆ ਹੈ, ਗਿਆਨ ਹੋਇਆ ਹੈ। ਵੱਡੇ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਵੱਡੇ ਭਾਗਾਂ ਵਾਲਿਆਂ ਨੇ ਉਸ ਪ੍ਰਭੂ ਨੂੰ ਜਪਿਆ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਜੋ ਨਾਮੀ ਪ੍ਰਭੂ ਦੇ ਨਾਮ ਵਿੱਚ ਰਤੇ ਹਨ, ਉਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਹੋਇਆ ਹੈ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਉਹ ਸੇਵਕ ਦੀ ਜੋ ਦਿਲੀ ਇੱਛਾ ਹੈ, ਜੋ ਉਸ ਦੇ ਹਿਰਦੇ ਵਿੱਚ ਉਹਦੀ ਮੁਰਾਦ ਹੈ, ਭਾਵ ਕਿ ਉਹ ਇੱਛਾ ਪੂਰੀ ਹੁੰਦੀ ਹੈ ਜਿਸ ਸੇਵਕ ਨੇ ਸਤਿਗੁਰਾਂ ਪਾਸੋਂ ਸਿੱਖਿਆ ਲਈ ਹੋਵੇ। ਜਨ ਕੋ ਪ੍ਰਭੂ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਜਿਸ ਵੇਲੇ ਸੇਵਕ ਦੇ ਉੱਤੇ, ਜਿਸ ਵੇਲੇ ਜੀਵ ਦੇ ਉੱਤੇ ਪਰਮਾਤਮਾ ਦਿਆਲੂ ਹੁੰਦਾ ਹੈ, ਤਾਂ ਉਸ ਸਮੇਂ ਸੇਵਕ ਦਾ ਦੁੱਖਾਂ ਤੋਂ ਰਹਿਤ, ਦੁੱਖਾਂ ਤੋਂ ਰਹਿਤ ਕਰਕੇ ਉਸ ਨੂੰ ਨਿਹਾਲ ਕਰ ਦਿੰਦਾ ਹੈ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਿਆ। ਉਹ ਸੇਵਕ ਜਨਮ ਦੇ ਵਿੱਚ ਸੰਸਾਰ ਦੇ ਬੰਧਨਾਂ ਨੂੰ ਕੱਟ ਕੇ ਮੁਕਤ ਹੋ ਗਿਆ ਹੈ, ਕਿਉਂਕਿ ਜਨਮ ਦਾ ਦੁੱਖ ਦੇਣ ਵਾਲਾ ਭਰਮ ਮਿਟ ਗਿਆ ਹੈ, ਜਿਸ ਤੇ ਉਹ ਮੁਕਤ ਰੂਪ ਹੋਇਆ ਹੈ। ਜਿਸ ਕਰਕੇ ਜਨਮ ਮਰਨ ਦਾ ਦੁੱਖ ਅਤੇ ਭਰਮ ਨਿਵਰਤ ਹੋ ਗਿਆ ਹੈ। ਇਛ ਪੁੰਨੀ ਸਰਦਾ ਸਭ ਪੂਰੀ, ਰਾਵ ਰਿਹਾ ਸਦ ਸੰਗ ਹਜ਼ੂਰੀ। ਪਰਮਾਤਮਾ ਨੇ ਸਾਰੀ ਸ਼ਰਧਾ ਪੂਰੀ ਕਰ ਦਿੱਤੀ। ਇੱਛਾ ਸੀ ਮੁਕਤੀ ਦੀ ਪ੍ਰਾਪਤੀ ਹੋਵੇ, ਉਹ ਵੀ ਪੂਰੀ ਹੋ ਗਈ। ਸ਼ਰਧਾ ਸੀ ਕਿ ਪ੍ਰਭੂ ਦਾ ਮਿਲਾਪ ਹੋਵੇ, ਉਹ ਵੀ ਪੂਰੀ ਹੋ ਗਈ। ਸਦਾ ਅੰਗ ਸੰਗ ਹਾਜ਼ਰ ਹਜ਼ੂਰ ਪ੍ਰਭੂ ਨੂੰ ਮਿਲ ਰਹਿ ਇਹ ਨਿਸ਼ਚਾ ਕੀਤਾ ਹੈ। ਜਿਸ ਕਾ ਸਾਤਨ ਲਿਆ ਮਲਾਏ, ਨਾਨਕ ਭਗਤੀ ਨਾਮ ਸਮਾਏ। ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦਾ ਦਾਸ ਸੀ, ਉਸ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਭਗਤੀ ਕਰਕੇ ਜੀਵ ਉਸ ਨਾਮੀ ਪਰਮਾਤਮਾ ਵਿੱਚ ਅਭੇਦ ਹੋ ਗਿਆ। ਸੋ ਕਿਉਂ ਬਿਸਰੇ ਜੇ ਕਾਲ ਨ ਭਾਨੈ, ਸੋ ਕਿਉਂ ਬਿਸਰੇ ਜੇ ਕੀ ਆ ਜਾਣੇ। ਜਿਹੜਾ ਪ੍ਰਭ ਕਿਸੇ ਦੀ ਕੀਤੀ ਹੋਈ ਕਾਲ ਕਮਾਈ ਮਿਹਨਤ ਨੂੰ ਐਵੇਂ ਨਹੀਂ ਗਵਾਉਂਦਾ, ਉਸ ਨੂੰ ਕਿਵੇਂ ਭੁੱਲ ਸਕਦੇ ਹਾਂ। ਜਿਹੜਾ ਪ੍ਰਭੂ ਕਿਸੇ ਦੇ ਕੀਤੇ ਹੋਏ ਕਰਮਾਂ ਨੂੰ ਜਾਣਦਾ ਹੈ, ਉਹ ਕਿਵੇਂ ਭੁਲਾ ਸਕਦੇ ਹਾਂ। ਸੋ ਕਿਉਂ ਬਿਸਰੇ ਦਿਨ ਸਭ ਕਿਛ ਦੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ। ਜਿਸ ਪ੍ਰਭੂ ਨੇ ਜੀਵਨ ਨੂੰ ਸਭ ਕੁਝ ਦਿੱਤਾ ਹੈ, ਉਹ ਕਿਵੇਂ ਭੁੱਲ ਸਕਦਾ ਹੈ। ਜੋ ਜੀਵਾਂ ਦਾ ਜੀਵਨ ਰੂਪ ਹੈ, ਉਹ ਪ੍ਰਭੂ ਕਿਵੇਂ ਭੁੱਲ ਸਕਦਾ ਹੈ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੇ, ਗੋਰ ਪ੍ਰਸਾਦ ਕੋ ਬਿਰਲਾ ਲਖੇ। ਜਿਹੜਾ ਵਾਹਿਗੁਰੂ ਪਰਮਾਤਮਾ, ਜਿਹੜਾ ਪ੍ਰਭੂ ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ ਰੱਖਿਆ ਕਰਦਾ ਹੈ, ਉਸ ਨੂੰ ਕਿਵੇਂ ਭੁੱਲ ਸਕਦੇ ਹਾਂ। ਪਰ ਗੁਰੂ ਦੀ ਕਿਰਪਾ ਨਾਲ
ਕੋਈ ਵਿਰਲਾ ਪੁਰਖੀ ਇਸ ਗੱਲ ਨੂੰ ਜਾਣਦਾ ਹੈ। ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ। ਜਿਹੜਾ ਵਿਸ਼ੇ ਵਿਕਾਰਾਂ ਦੀ ਜ਼ਹਿਰ ਵਿੱਚੋਂ ਕੱਢਦਾ ਹੈ ਅਤੇ ਜਨਮ ਜਨਮਾਂਤਰਾਂ ਦਾ ਵਿਛੜਿਆ ਹੋਇਆ ਜੋ ਜੀਵ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਪ੍ਰਭੂ ਕਿਵੇਂ ਭੁੱਲ ਸਕਦਾ ਹੈ। ਗੁਰ ਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਪੂਰਿਆਂ ਗੁਰਾਂ ਨੇ ਇਹ ਸਿਧਾਂਤ ਸਮਝਾ ਦਿੱਤਾ। ਗੁਰੂ ਜੀ ਕਥਨ ਕਰਦੇ ਹਨ ਕਿ ਉਸ ਸੇਵਕ ਜਨ ਨੇ ਆਪਣੇ ਪ੍ਰਭੂ ਨੂੰ ਧਿਆਉਣਾ ਕੀਤਾ ਹੈ। ਸਾਜਣ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ। ਸੰਤਾਂ ਨਾਲ ਮਿਲ ਕੇ ਇਹ ਕੰਮ ਕਰੋ। ਹੇ ਸੱਜਣ ਸੰਤੋ, ਤੁਸੀਂ ਇਹ ਕੰਮ ਕਰੋ, ਹੋਰ ਸਭਨਾਂ ਨੂੰ ਤਿਆਗ ਕੇ ਇੱਕ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰ ਹੈ ਨਾਮ ਜਪਾਵੋ। ਮਨ ਕਰਕੇ ਸਿਮਰੋ, ਬਾਣੀ ਕਰਕੇ ਸਿਮਰੋ, ਤਨ ਕਰਕੇ ਸਿਮਰੋ। ਉਸ ਦਾ ਸਿਮਰਨ ਜੋ ਸਿਮਰਨ ਯੋਗ ਹੈ ਉਸ ਨੂੰ ਸਿਮਰ ਕੇ ਸੁਖ ਪਾਓ। ਆਪ ਜਪੋ ਤੇ ਹੋਰਨਾਂ ਪਾਸੋਂ ਵੀ ਨਾਮ ਜਪਾਓ। ਭਗਤ ਪਾਏ ਤਰਿਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਪ੍ਰਭੂ ਦੀ ਪ੍ਰੇਮਾ ਭਗਤੀ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਭਗਤੀ ਕੀਤੇ ਤੋਂ ਬਿਨਾਂ ਇਹ ਸਰੀਰ ਸੁਆਹ ਵਾਂਗੂ ਨਿਸਫਲ ਹੋ ਜਾਂਦਾ ਹੈ। ਸਰਬ ਕਲਿਆਣ ਸੁਖ ਨਿਦ ਨਾਮ, ਬੂੜਤ ਜਾਤ ਪਾਏ ਬਿਸਰਾਮ। ਸਾਰੀਆਂ ਮੁਕਤੀਆਂ, ਸਾਰੇ ਸੁੱਖ ਤੇ 9 ਨਿਧੀਆਂ ਦਾ ਦਾਤਾ ਕੇਵਲ ਇੱਕ ਨਾਮ ਹੀ ਹੈ। ਜਿਸ ਨਾਮ ਦੇ ਆਸਰੇ ਤੇ ਡੁੱਬਦਾ ਜੀਵ ਤਰ ਜਾਂਦਾ ਹੈ, ਡੁੱਬਦਾ ਜੀਵ ਜਿਹੜਾ ਉਹ ਅਸਥਿਤੀ ਪਾ ਲੈਂਦਾ ਹੈ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਦਾਸ। ਗੁਰੂ ਜੀ ਕਥਨ ਕਰਦੇ ਹਨ, ਸ਼ੁਭ ਗੁਣਾਂ ਦੇ ਖਜ਼ਾਨੇ ਪ੍ਰਭੂ ਦਾ ਨਾਮ ਜਪੋ ਤਾਂ ਤੁਹਾਡੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸਵਾਓ। ਉਤਸ਼ਾਹ ਪੂਰਵਕ ਪ੍ਰਭੂ ਦੇ ਪ੍ਰੇਮ ਰਸ ਦੀ ਜੋ ਪ੍ਰੀਤੀ ਹੈ ਉਹ ਉਤਪੰਨ ਹੋਈ ਹੈ। ਗੁਰਾਂ ਦੇ ਚਰਨਾਂ ਦੀ ਪ੍ਰੀਤੀ ਤੇ ਪ੍ਰਭੂ ਦੇ ਪ੍ਰੇਮ ਰਸ ਦਾ ਜੋ ਉਤਸ਼ਾਹ ਉਤਪੰਨ ਹੋਇਆ ਹੈ, ਇਹ ਮਨ ਤਨ ਦੇ ਅੰਦਰ ਵੱਡਾ ਭਾਰੀ ਲਾਭ ਪ੍ਰਾਪਤ ਹੋਇਆ ਹੈ। ਨੇਤਰੋ ਭੇਖ ਦਰਸ ਸੁਖ ਹੋਏ, ਮਨ ਬਿਕਸੇ ਸਾਧ ਚਰਨ ਧੋਏ। ਦਰਸ਼ਨਾਂ ਨੂੰ ਵੇਖ ਕੇ ਪ੍ਰਮਾਤਮਾ ਦੇ ਦਿਦਾਰੇ ਕਰਕੇ ਅੱਖਾਂ ਨੂੰ ਸੁਖ ਪ੍ਰਾਪਤ ਹੋਇਆ ਹੈ ਤੇ ਸੰਤਾਂ ਦੇ ਚਰਨ ਧੋ ਕੇ ਮਨ ਖਿੜ ਗਿਆ ਹੈ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਭਗਤ ਜਨਾਂ ਦੇ ਮਨ ਤਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਆਨੰਦ ਹੈ, ਪ੍ਰਮਾਤਮਾ ਦੇ ਨਾਮ ਦਾ ਆਨੰਦ ਆਇਆ ਹੈ। ਪਰ ਸੰਤਾਂ ਦਾ ਸਤਸੰਗ ਕੋਈ ਵਿਰਲਾ ਪੁਰਸ਼ ਹੀ ਪਾਉਂਦਾ ਹੈ। ਏਕ ਬਸਤ ਦੀਜੇ ਕਰ ਮੈਂ, ਗੁਰ ਪ੍ਰਸਾਦ ਨਾਮ ਜਪ ਲਿਆ। ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਇੱਕ ਨਾਮ, हे ਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਵੀ ਇੱਕ ਨਾਮ ਰੂਪ ਵਸਤੂ ਦੇਣਾ, ਕਿਉਂਕਿ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਮੁਕਤ ਹੋ ਗਏ, ਉੱਤੇ ਹੋ ਗਏ। हे ਗੁਰੂ ਜੀ
ਉਹਨਾਂ ਤੇ ਆਪ ਜੀ ਦੀ ਕਿਰਪਾ ਹੋਈ, ਉਹਨਾਂ ਨੇ ਨਾਮ ਨੂੰ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਾ ਸਰਬ ਸਮਾਏ। ਗੁਰੂ ਜੀ ਕਥਨ ਕਰਦੇ ਹਨ ਕਿ ਉਸ ਪ੍ਰਭੂ ਦੀ ਉਪਮਾ ਕਹੀ ਨਹੀਂ ਜਾਂਦੀ ਜੋ ਪ੍ਰਭੂ ਸਾਰੇ ਸੰਸਾਰ ਵਿੱਚ ਸਮਾ ਰਿਹਾ ਹੈ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ। ਉਹ ਪ੍ਰਭੂ ਔਗਣਾ ਦੇ ਬਖਸ਼ਣ ਵਾਲਾ ਹੈ, ਗਰੀਬਾਂ ਤੇ ਦਿਆਲੂ ਹੈ, ਭਗਤਾਂ ਦਾ ਪਿਆਰਾ ਹੈ ਅਤੇ ਸਦਾ ਕਿਰਪਾਲੂ ਹੈ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਪਾਲ। ਉਹ ਗੋਬਿੰਦ ਗੋਪਾਲ ਅਨਾਥਾਂ ਦਾ ਨਾਥ ਹੈ, ਸੁਆਮੀ ਹੈ, ਵੇਦਾਂ ਕਰਕੇ ਜਾਣਨੇ ਯੋਗ ਹੈ ਅਤੇ ਇੰਦਰੀਆਂ ਦੇ ਪਾਲਣ ਵਾਲਾ ਹੈ ਤੇ ਸਾਰਿਆਂ ਸਰੀਰਾਂ ਦੀ ਪਾਲਣਾ ਕਰਦਾ ਹੈ। ਆਦ ਪੁਰਖ ਕਾਰਨ ਕਰਤਾਰ, ਭਗਤ ਜਨਾ ਕੈ ਪ੍ਰਾਣ ਆਧਾਰ। ਉਹ ਕਰਤਾਰ ਸਾਹਿਬ ਪੁਰਖਾਂ ਦੀ ਆਦ ਹੈ ਤੇ ਸਾਰਿਆਂ ਦਾ ਕਾਰਨ ਰੂਪ ਹੈ ਤੇ ਭਗਤ ਜਨਾਂ ਦੇ ਪ੍ਰਾਣਾਂ ਦਾ ਆਸਰਾ ਹੈ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੇ ਮਨ ਹੀਤ। ਜਿਹੜਾ ਜਿਹੜਾ ਪੁਰਸ਼ ਉਸ ਦੇ ਨਾਮਾਂ ਨੂੰ ਜਪਦਾ ਹੈ ਤੇ ਉਸ ਦੇ ਪ੍ਰੇਮਾ ਭਗਤੀ ਵਿੱਚ ਮਨ ਦੇ ਪ੍ਰੇਮ ਨੂੰ ਲਗਾਉਂਦਾ ਹੈ, ਉਹ ਪੁਰਸ਼ ਪਵਿੱਤਰ ਹੁੰਦਾ ਹੈ। ਹਮ ਨਿਰਗੁਣ ਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਗੁਰੂ ਜੀ ਕਥਨ ਕਰਦੇ ਹਨ ਕਿ ਇਸ ਤਰ੍ਹਾਂ ਬੇਨਤੀ ਕਰੋ, ਅਸੀਂ ਸਭ ਗੁਣਾਂ ਤੋਂ ਰਹਿਤ ਹਾਂ, ਗੁਣਾਂ ਤੋਂ ਖਾਲੀ ਹਾਂ, ਨੀਚ ਹਾਂ ਤੇ ਅਗਿਆਤ ਹਾਂ। ਹੇ ਭਗਵਾਨ ਪੁਰਖ, ਹੇ ਪ੍ਰਮਾਤਮਾ, ਅਸੀਂ ਆਪ ਜੀ ਦੀ ਸ਼ਰਨ ਆਏ ਹਾਂ, ਸਾਨੂੰ ਬਚਾ ਲਓ। ਸਰਬ ਬੇਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਜਿਸ ਨੇ ਇੱਕ ਇੱਕ ਨਿਮਖ ਕਾਲ ਵਿੱਚ ਹਰੀ ਦੇ ਗੁਣ ਗਾਏ ਹਨ, ਉਸ ਨੇ ਬੇਕੁੰਠ ਧਾਮ ਦੀਆਂ ਸ਼ਲੋਕ ਸਮੀਪ ਸਰੂਪ ਆਦਿ ਸਾਰੀਆਂ ਮੁਕਤੀਆਂ ਨੂੰ ਪਾ ਲਿਆ ਹੈ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਉਸ ਨੇ ਅਨੇਕਾਂ ਮੁਲਕਾਂ ਦੇ ਰਾਜ ਭੋਗ ਤੇ ਵਡਿਆਈ ਦੀ ਪ੍ਰਾਪਤੀ ਹੋਈ ਹੈ। ਜਿਸ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਕਥਾ ਚੰਗੀ ਲੱਗੀ ਹੈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਬਹੁਤੇ ਭੋਜਨਾਂ ਦਾ ਖਾਣਾ, ਚੰਗੇ ਕੱਪੜਿਆਂ ਦਾ ਪਹਿਨਣਾ, ਸੰਗੀਤ ਸ਼ਾਸਤਰ ਅਨੁਸਾਰ ਗੀਤਾਂ ਦਾ ਗਾਉਣਾ ਉਹਨਾਂ ਗੁਰਮੁਖਾਂ ਦਾ ਇਹੋ ਹੈ ਜਿਹੜਾ ਉਹਨਾਂ ਦੀ ਰਸਨਾ ਜੀਭਾ ਨਿਤ ਪ੍ਰਤੀ ਹਰ ਹਰ ਨਾਮ ਨੂੰ ਜਪਦੀ ਹੈ। ਭਲੀ ਸੋ ਕਰਨੀ ਸੋ ਬਾਤਨਵੰਤ, ਹਿਰਦੇ ਬਸੈ ਪੂਰਨ ਗੁਰਮੰਤ। ਉਹਨਾਂ ਦੀ ਚੰਗੀ ਸ੍ਰੇਸ਼ਟ ਕਰਨੀ ਹੈ, ਉਹਨਾਂ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਹੈ। ਉਹ ਧਨ ਵਾਲੇ ਹਨ, ਉਹ ਧਨਾਢ ਹਨ, ਜਿਸ ਦੇ ਹਿਰਦੇ ਵਿੱਚ ਪੂਰੇ ਗੁਰਾਂ ਦਾ ਮੰਤਰ ਵਸਦਾ ਹੈ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪੁਰਗਾਸ। ਗੁਰੂ ਜੀ ਕਥਨ ਕਰਦੇ ਹਨ ਕਿ ਇਸ ਤਰ੍ਹਾਂ ਬੇਨਤੀ ਕਰੋ, ਹੇ ਪ੍ਰਭੂ ਮੈਨੂੰ ਆਪਣੀ ਸਤ ਸੰਗਤ ਵਿੱਚ
ਨਿਵਾਸ ਦੇ ਦਿਓ। ਜਿਸ ਸਤਸੰਗ ਵਿੱਚ ਸਾਰਿਆਂ ਸੁੱਖਾਂ ਦਾ ਪੂਰਨ ਗੁਰੂ ਦਾ ਮੰਤਰ ਵਸਦਾ ਹੈ, ਸਾਰਿਆਂ ਸੁੱਖਾਂ ਦਾ ਪ੍ਰਕਾਸ਼ ਹੈ। ਸੋ ਗੁਰੂ ਸਵਾਰੇ ਖਾਲਸਾ ਜੀ, ਆਪਾਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰਾਂ ਦਾ ਨਾਮ ਜਪੀਏ, ਤਾਂ ਜੋ ਸਾਡੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕਣ। ਗੁਰੂ ਸਵਾਰੇ ਖਾਲਸਾ ਜੀ, ਇਤਨੀ ਕੁ ਸੇਵਾ ਪ੍ਰਵਾਨ ਕਰ ਲੈਣੀ। ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਭੁੱਲਾਂ ਚੁੱਕਾਂ ਦੀ ਮਾਫੀ ਦੀ ਅਰਦਾਸ ਕਰਕੇ ਸਮਾਪਤੀ ਹੈ ਜੀ। ਹੇ ਨਿਰੰਕਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਇਆਂ ਦਾਸਰੇ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਬਲ ਬੁੱਧੀ ਬਖਸ਼ਿਸ਼ ਕਰਨਾ। ਸਹੀ ਪਿਆਰੇ ਗੁਰਮੁਖ ਆਦਮੀ ਮੇਲਣਾ, ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਧ ਸੰਗਤ ਜੀ, ਇੱਥੇ ਹੀ ਦਾਸ ਨੂੰ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।